लेट्स स्टार्ट वाइल लूप थर्ड लूप है ठीक है वाइल लूप ਅਸੀਂ ਉਸ ਟਾਈਮ ਯੂਜ਼ ਕਰਦੇ ਹਾਂ ਜਦੋਂ ਸਾਨੂੰ ਨੰਬਰ ਆਫ ਟਾਈਮਸ ਕਿੰਨੇ ਨੰਬਰ ਆਫ ਟਾਈਮਸ ਅਸੀਂ ਆਈਟਰੇਟ ਕਰਨਾ ਆਪਣੇ ਲੂਪ ਨੂੰ ਨਹੀਂ ਪਤਾ ਹੁੰਦਾ ਬਟ ਇੰਨਾ ਪਤਾ ਹੁੰਦਾ ਕਿ ਜਦੋਂ ਤੱਕ ਇੱਕ ਕੰਡੀਸ਼ਨ ਟਰੂ ਹੈ ਉਦੋਂ ਤੱਕ ਹੋਈ ਜਾਏ ਜਦੋਂ ਤੱਕ ਉਹ ਕੰਡੀਸ਼ਨ ਫਾਲਸ ਨਹੀਂ ਹੋ ਜਾਂਦੀ ਠੀਕ ਹੈ ਮਤਲਬ ਕੰਡੀਸ਼ਨ ਦੇ ਫਾਲਸ ਹੋਣ ਦੀ ਵੇਟ ਕਰਦੀ ਹੈ ਵਾਈਲ ਲੂਪ ਠੀਕ ਹੈ ਅਦਰਵਾਈਜ਼ ਇਹ ਚਲਦੀ ਰਹਿੰਦੀ ਹੈ ਹਮੇਸ਼ਾ फ्लो चार्ट ਦੇ ਵਿੱਚ ਐਕਸਪਲੇਨ ਕੀਤਾ ਹੈ ਕੰਡੀਸ਼ਨ ਚੈੱਕ ਕੀਤੀ ਜਾਂਦੀ ਹੈ ਜਦੋਂ ਤੱਕ ਕੰਡੀਸ਼ਨ ਟਰੂ ਹੈ ਤਾਂ ਸਟੇਟਮੈਂਟ ਐਗਜ਼ੀਕਿਊਟ ਹੁੰਦੀ ਹੈ ਐਂਡ ਬਾਰ-ਬਾਰ ਇਹ ਸਾਈਕਲ ਚੱਲਦਾ ਰਹਿੰਦਾ ਕਦੋਂ ਸਾਈਕਲ ਕਲੋਜ਼ ਹੁੰਦਾ ਜਦੋਂ ਕੰਡੀਸ਼ਨ ਫਾਲਸ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਕੋਈ ਵੀ ਅਸੀਂ ਇਹ ਨਹੀਂ ਚੈੱਕ ਕਰ ਰਹੇ ਕਿ ਕਿੰਨੇ ਨੰਬਰ ਆਫ ਟਾਈਮਸ ਲੂਪ ਚੱਲੀ ਹੈ ਠੀਕ ਹੈ ਅਸੀਂ ਸਿੰਪਲੀ ਇਹ ਦੇਖਦੇ ਹਾਂ ਕਿ ਕੰਡੀਸ਼ਨ ਟਰੂ ਹੈ ਜਾਂ ਫਾਲਸ ਹੈ ਓਨਲੀ ਦਿਸ ਥਿੰਗ ਫੋਰ ਲੂਪ ਦੇ ਵਿੱਚ ਅਸੀਂ ਚੈੱਕ ਕਰਦੇ ਸੀ ਕਿ ਕਿੰਨੇ ਨੰਬਰ ਆਫ ਟਾਈਮਸ ਇੱਕ ਲੂਪ ਚੱਲਣੀ ਹੈ ਉਸ ਤੋਂ ਬਾਅਦ ਹੀ ਅਸੀਂ ਆਈਟਰੇਟਰ ਵੇਰੀਏਬਲ ਨੂੰ ਉਹਦੀ ਵੈਲਿਊ ਦਿੰਦੇ ਸੀ ठीक वाइल लूप का सिंटैक्स सिमिलर है जो सी लैंग्वेज ਦੇ ਵਿੱਚ ਕੀਤਾ ਦੋ ਸਿੰਟੈਕਸਿਸ ਅਵੇਲੇਬਲ ਹੈ PHP ਦੇ ਵਿੱਚ ਫਸਟ ਸਿੰਟੈਕਸ ਤਾਂ ਉਹੀ ਹੈ ਜੋ ਅਸੀਂ C ਦੇ ਵਿੱਚ ਕੀਤਾ ਸੀ ਵਾਈਲ ਉਹਦੀ ਬ੍ਰੈਕਟ ਦੇ ਵਿੱਚ ਕੰਡੀਸ਼ਨ ਦੈਨ ਉਸ ਤੋਂ ਬਾਅਦ ਕਰਲੀ ਬ੍ਰੇਸਿਸ ਦੇ ਅੰਦਰ ਜਿੰਨਾ ਵੀ ਕੋਡ ਜੋ ਵੀ ਤੁਸੀਂ ਐਗਜ਼ੀਕਿਊਟ ਕਰਵਾਉਣਾ ਚਾਹੁੰਦੇ ਹੋ ਸਾਰਾ ਪਾਰਟ ਉਹਦੇ ਅੰਦਰ ਆਉਂਦਾ ਪਲੱਸ ਇਹਦੇ ਵਿੱਚ ਇਸੇ ਜਗ੍ਹਾ ਤੇ ਵਾਈਲ ਲੂਪ ਦੇ ਅੰਦਰ ਕਰਲੀ ਬ੍ਰੇਸਿਸ ਦੇ ਅੰਦਰ ਅਸੀਂ ਕੋਈ ਨਾ ਕੋਈ ਇਨਕਰੀਮੈਂਟ ਜਾਂ ਡਿਕਰੀਮੈਂਟ ਆਪਰੇਟਰ ਵੀ ਐਡ ਕਰਦੇ ਹਾਂ ਤਾਂ ਕਿ ਉਹ ਸਾਡੀ ਕੰਡੀਸ਼ਨ ਜਿਹੜੀ ਹੈ ਕੰਡੀਸ਼ਨ ਦੀ ਵੈਲਿਊਜ਼ ਨੂੰ ਹਰ ਇੱਕ ਆਈਟਰੇਸ਼ਨ ਤੋਂ ਬਾਅਦ ਕੁਝ ਨਾ ਕੁਝ ਚੇਂਜ ਕਰੇ ਐਂਡ ਹਰ ਇੱਕ ਆਈਟਰੇਸ਼ਨ ਤੋਂ ਬਾਅਦ ਸਾਡੀ ਕੰਡੀਸ਼ਨ ਦੇ ਫਾਲਸ ਹੋਣ ਦੇ ਚਾਂਸਸ ਵੱਧਦੇ ਰਹਿੰਦੇ ਨੇ ਠੀਕ ਹੈ ਅਗਰ ਫਾਲਸ ਹੋਣ ਦੇ ਚਾਂਸਸ ਨਹੀਂ ਵੱਧ ਰਹੇ ਇਟ ਮੀਨਸ ਸਾਡੀ ਲੂਪ ਜਿਹੜੀ ਹੈ ਉਹ ਹਮੇਸ਼ਾ ਇਨਫਾਈਨਾਈਟ ਲੂਪ ਦੇ ਵਿੱਚ ਐਂਟਰ ਕਰ ਸਕਦੀ ਹੈ ਅਗਰ ਫਾਲਸ ਹੋਣ ਦੇ ਚਾਂਸਸ ਨਹੀਂ ਮਿਲਦੇ ਠੀਕ ਹੈ ਸੈਕੰਡ ਸਿੰਟੈਕਸ ਜਿਹੜਾ ਹੈ ਵਾਈਲ ਲੂਪ ਦਾ ਉਹਦੇ ਵਿੱਚ ਅਸੀਂ ਵਾਈਲ ਉਸ ਤੋਂ ਬਾਅਦ ਕੰਡੀਸ਼ਨ ਸਿਮਿਲਰ ਹੈ ਬਟ ਆ ਕਰਲੀ ਬ੍ਰੇਸਿਸ ਦੀ ਬਜਾਏ ਅਸੀਂ ਕੋਲਨ ਸਿੰਬਲ ਯੂਜ਼ ਕਰਦੇ ਹਾਂ ਦੋ ਡੋਟਸ ਵਾਲਾ ਠੀਕ ਹੈ ਕੋਲਨ ਸਿੰਬਲ ਯੂਜ਼ ਕਰਕੇ ਉਸ ਤੋਂ ਬਾਅਦ ਜੋ ਵੀ ਅਸੀਂ ਲਿਖਾਂਗੇ ਉਹ ਸਾਰਾ ਦਾ ਸਾਰਾ ਵਾਈਲ ਲੂਪ ਦੀ ਬੋਡੀ ਮੰਨਿਆ ਜਾਏਗਾ ਮਤਲਬ ਜੋ ਪਾਰਟ ਇਹਦੇ ਅੰਦਰ ਲਿਖਣਾ ਸੀ ਉਹ ਸਾਰਾ ਦਾ ਸਾਰਾ ਪਾਰਟ ਕੋਲਨ ਤੋਂ ਬਾਅਦ ਲਿਖਣਾ ਦੈਨ ਕਰਲੀ ਬ੍ਰੇਸਿਸ ਐਂਡ ਕਰਨ ਦੀ ਜਗ੍ਹਾ ਤੇ ਅਸੀਂ ਐਂਡ ਵਾਈਲ ਲਿਖਦੇ ਹਾਂ ਕਿਉਂ ਕਿਉਂਕਿ ਅਸੀਂ ਕੋਲਨ ਯੂਜ਼ ਕੀਤਾ ਫੋਰ ਐਗਜ਼ਾਮਪਲ ਗੋ ਟੂ ਸਟੇਟਮੈਂਟ ਜਿਹੜੀ ਅਸੀਂ ਕਰਦੇ ਹੁੰਦੇ ਸੀ ਗੋ ਟੂ ਸਟੇਟਮੈਂਟ ਦੇ ਲਈ ਅਸੀਂ ਕੀ ਕਰਦੇ ਸੀ ਕੋਲਨ ਸਿੰਬਲ ਯੂਜ਼ ਕਰਦੇ ਸੀ ਗੋ ਟੂ ਲੇਬਲ ਦਿਸ ਠੀਕ ਹੈ ਉਹੀ ਚੀਜ਼ ਹੈ ਬਟ ਇੱਥੇ ਐਂਡ ਵਾਈਲ ਲਿਖਣ ਦਾ ਰੀਜ਼ਨ ਕੀ ਹੈ ਕਿ ਸਾਨੂੰ ਪਤਾ ਲੱਗ ਜਾਏ ਕਿ ਵਾਈਲ ਲੂਪ ਜਿਹੜੀ ਹੈ ਉਹਦਾ ਐਂਡ ਹੋ ਗਿਆ ਹੋਇਆ ਇਸ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਸਟੇਟਮੈਂਟਸ ਹੈ ਉਹ ਸਾਰੀਆਂ ਵਾਈਲ ਦੀ ਬੋਡੀ ਦੇ ਅੰਦਰ ਆਣਗੀਆਂ ਠੀਕ ਹੈ ਪ੍ਰੋਗਰਾਮ ਦੇਖਦੇ ਆ ਨਾ ਕੋਈ अच्छा वाइल लूप ਦੇ ਵਿੱਚ ਮੈਂ ਚਾਹੁੰਦੀ ਹਾਂ ਕਿ ਮੈਂ 1 ਤੋਂ ਲੈ ਕੇ 10 ਤੱਕ ਨੰਬਰਸ ਨੂੰ ਪ੍ਰਿੰਟ ਕਰਾਂ ਠੀਕ ਹੈ ਸੋ ਵਾਈਲ ਲੂਪ ਦੇ ਅਕੋਰਡਿੰਗ ਅਗਰ ਇਹਨੂੰ ਲਿਖਣਾ ਹੋਏ ਤਾਂ ਪਹਿਲਾਂ ਦੇ ਨੰਬਰ ਡਿਕਲੇਅਰ ਕਰਾਂਗੀ $n = 1 ਉਸ ਤੋਂ ਬਾਅਦ ਵਾਈਲ $n <= 10 ਆ ਹੈ ਸਾਡੀ ਕੰਡੀਸ਼ਨ ਇੱਥੇ ਨੋ ਡਾਊਟ ਮੈਂ ਚੈੱਕ ਕਰ ਰਹੀ ਹਾਂ ਕਿ 1 ਤੋਂ ਲੈ ਕੇ 10 ਤੱਕ ਦਿਖ ਰਿਹਾ ਹੈ ਕਿ ਮੈਂ 1 ਤੋਂ 10 ਤੱਕ ਪ੍ਰਿੰਟ ਕਰ ਰਹੀ ਹਾਂ ਠੀਕ ਹੈ ਬਟ ਮੈਨੂੰ ਕਈ ਕੇਸਿਸ ਇਹੋ ਜਿਹੇ ਹੁੰਦੇ ਜਦੋਂ ਅਸੀਂ 1 to 10 ਚੈੱਕ ਕਰਨ ਦੀ ਬਜਾਏ ਅਸੀਂ ਕੁਝ ਇਸ ਤਰ੍ਹਾਂ ਦੀ ਕੰਡੀਸ਼ਨ ਚੈੱਕ ਕਰਦੇ ਹਾਂ ਲਾਈਕ ਮੈਂ ਕਹਿਣਾ ਹੋਏ ਕਿ ਵਾਈਲ flag = true ਕੁਝ ਇਸ ਤਰ੍ਹਾਂ ਦੇ ਕੇਸਿਸ ਵੀ ਅਰਾਈਜ਼ ਹੁੰਦੇ ਸੀ ਪ੍ਰੋਗਰਾਮਿੰਗ ਦੇ ਵਿੱਚ ਕਰਦੇ ਸੀ ਜਦੋਂ ਵੀ ਪ੍ਰੋਜੈਕਟ ਅਗਰ ਕਿਸੇ ਨੇ ਬਣਾਉਣਾ ਸ਼ੁਰੂ ਕੀਤਾ ਹੈ ਜਾਂ ਫਿਰ ਥੋੜਾ ਬਹੁਤਾ ਦੇਖਿਆ ਹੈ ਕਿੱਦਾਂ ਬਣਦਾ ਹੈ ਤਾਂ ਉਹਦੇ ਵਿੱਚ ਇਹ ਫਲੈਗ ਵੇਰੀਏਬਲ ਬਹੁਤ ਵਾਰ ਯੂਜ਼ ਹੁੰਦਾ ਐਂਡ ਉਹਦੇ ਨਾਲ ਹਮੇਸ਼ਾ ਵਾਈਲ ਲੂਪ ਯੂਜ਼ ਹੁੰਦੀ ਹੈ ਠੀਕ ਹੈ ਦੈਟਸ ਵਾਈ ਆਈ ਸੈਡ ਕਿ ਵਾਈਲ ਲੂਪ ਅਸੀਂ ਸਿਰਫ ਕਾਊਂਟਿੰਗ ਦੇ ਲਈ ਨਹੀਂ ਯੂਜ਼ ਕਰਦੇ ਅਸੀਂ ਕੰਡੀਸ਼ਨ ਨੂੰ ਚੈੱਕ ਕਰਦੇ ਹਾਂ ਠੀਕ ਹੈ ਫਲੈਗ ਦੀ ਵੈਲਿਊ ਟਰੂ ਹੈ ਜਾਂ ਨਹੀਂ ਉਸ ਬੇਸਿਸ ਤੇ ਅਸੀਂ ਚੈੱਕ ਕਰਦੇ ਕਿ ਵਾਈਲ ਐਗਜ਼ੀਕਿਊਟ ਕਰਨੀ ਹੈ ਕਿ ਨਹੀਂ ਬਟ ਅਗਰ ਫੋਰ ਲੂਪ ਦੇ ਨਾਲ ਦੇਖਿਆ ਜਾਏ ਤਾਂ ਫੋਰ ਲੂਪ ਦੇ ਨਾਲ ਇਸ ਤਰ੍ਹਾਂ ਦੀ ਕੋਈ ਫੈਸਿਲਿਟੀ ਨਹੀਂ ਹੈ ਅਸੀਂ ਕਿਤੇ ਵੀ ਚੈੱਕ ਨਹੀਂ ਕਰ ਸਕਦੇ ਕਿ ਫਲੈਗ = ਹੈ ਜਾਂ ਨਹੀਂ ਬਿਕੋਜ਼ ਉਹਦੇ ਵਿੱਚ ਅਸੀਂ ਜਿਹੜਾ ਵੇਰੀਏਬਲ ਯੂਜ਼ ਕਰਦੇ ਹਾਂ ਚੈਕਿੰਗ ਦੇ ਲਈ ਇਹਦੇ ਵਿੱਚ ਕੰਡੀਸ਼ਨ ਚੈਕਿੰਗ ਦੇ ਲਈ ਫਲੈਗ ਯੂਜ਼ ਕੀਤਾ ਫੋਰ ਲੂਪ ਦੇ ਵਿੱਚ ਫਲੈਗ ਨੂੰ ਅਗਰ ਯੂਜ਼ ਕਰਦੇ ਹੋ ਤਾਂ ਉਹਨੂੰ ਹਰ ਇੱਕ ਫੋਰ ਲੂਪ ਦੀ ਆਈਟਰੇਸ਼ਨ ਤੋਂ ਬਾਅਦ ਇਨਕਰੀਮੈਂਟ ਜਾਂ ਡਿਕਰੀਮੈਂਟ ਕਰਨਾ ਪਏਗਾ ਐਂਡ ਅਗਰ ਇਨਕਰੀਮੈਂਟ ਡਿਕਰੀਮੈਂਟ ਕਰਨਾ ਹੈ ਤਾਂ ਉਸ ਕੇਸ 'ਚ ਟਰੂ ਨੂੰ ਕੀ ਇਨਕਰੀਮੈਂਟ ਕਰੋਗੇ ਕੁਝ ਵੀ ਨਹੀਂ ਕਰ ਸਕਦੇ ਜਾਂ ਟਰੂ ਨੂੰ ਫਾਲਸ ਕਰ ਦੋਗੇ ਜਾਂ ਫਾਲਸ ਨੂੰ ਟਰੂ ਕਰ ਦੋਗੇ ਇਸ ਤੋਂ ਇਲਾਵਾ ਤਾਂ ਕੋਈ ਕੰਡੀਸ਼ਨ ਨਹੀਂ ਬਣੇਗੀ ਠੀਕ ਹੈ ਦੈਟਸ ਵਾਈ ਵਾਈਲ ਲੂਪ ਤੇ ਫੋਰ ਲੂਪ ਦੋਨੋਂ ਇੱਕ ਦੂਸਰੇ ਤੋਂ ਡਿਫਰੈਂਟ ਨੇ ਕਿਉਂਕਿ ਇਹਨਾਂ ਦੋਨਾਂ ਦੇ ਵਿੱਚ ਵਰਕਿੰਗ ਇਹਨਾਂ ਦੋਨਾਂ ਦੀ ਫੈਸਿਲਿਟੀਜ਼ ਦਾ ਕਾਫੀ ਡਿਫਰੈਂਸ ਹੈ ਠੀਕ ਹੈ ਹੁਣ इस प्रोग्राम में की किया है वाइल कंडीशन में सिंपली फोर लूप वर्गी ही लगाई है n की वैल्यू <= 10 और मतलब 1 टू लैके = 10 तक 1 to 10 तक प्रिंट करना है की प्रिंट करना है $n मीनस नंबर को प्रिंट करना है एंड उस तो बाद नैक्सट लाइन के मूव करे
हर एक बार नंबर को प्रिंट करके नैक्सट लाइन, हर एक नंबर को प्रिंट करके नैक्सट लाइन, ठीक है। सैकेंड थिंग ये एक इंक्रीमेंट डिक्रीमेंट ऑपरेटर लगाया। ਹੁਣ ਇਹ ਇੰਕਰੀਮੈਂਟ ਡਿਕਰੀਮੈਂਟ ਆਪਰੇਟਰ ਕਿਉਂ ਲਗਾਇਆ? ਜਸਟ ਬਿਕੋਜ਼ ਮੇਰੀ ਕੰਡੀਸ਼ਨ ਨਿਊਮੈਰਿਕ ਵੈਲਿਊਜ਼ ਨਾਲ ਡੀਲ ਕਰ ਰਹੀ ਹੈ ਐਂਡ ਮੇਰੀ ਰਿਕੁਆਇਰਮੈਂਟ ਇਹ ਹੈ ਕਿ ਮੈਂ 1 ਤੋਂ ਲੈ ਕੇ 10 ਤੱਕ ਨੰਬਰਸ ਪ੍ਰਿੰਟ ਕਰਨੇ हैं। अगर मैं पुरानी वाली एग्जाम्पल जो मैं यूज़ की थी फ्लैग वाली, अगर इस तरह की एग्जाम्पल यूज़ कर रही हैं तो इस केस ਦੇ ਵਿੱਚ ਅਸੀਂ ਕਦੋਂ ਕੀ ਕਰਦੇ ਹੁੰਦੇ ਅਸੀਂ ਹਮੇਸ਼ਾ ਹੀ ਕਰਦੇ ਹਾਂ ਕਿ ਯੂਜ਼ਰ ਕੋਲੋਂ ਪੁੱਛਦੇ ਹਾਂ ਡੂ ਯੂ ਵਾਂਟ ਟੂ ਰਿਪੀਟ, ਕੁਛ ਇਸ ਤਰ੍ਹਾਂ ਨਾਲ ਉਹਨੂੰ ਹਰ ਇੱਕ ਆਈਟਰੇਸ਼ਨ ਤੋਂ ਬਾਅਦ ਪੁੱਛਦੇ ਹਾਂ, ਠੀਕ ਹੈ। ਹੁਣ ਯੂਜ਼ਰ ਦੇ ਕੋਲੋਂ ਅਸੀਂ ਟਰੂ ਜਾਂ ਫਾਲਸ ਦੋਨਾਂ ਦੇ ਵਿੱਚੋਂ ਇੱਕ ਵੈਲਿਊ ਪ੍ਰਿੰਟ ਕਰਵਾ ਸਕਦੇ ਹਾਂ, ठीक है। दो तरह का वाइल लूप यूज हो सकती है, डेट्स वाई मैं दोनों सिंबल्स यूज करके दस रही हूँ, ठीक है। फर्स्ट है जिहदे मैं इंक्रीमेंट डिक्रीमेंट ऑपरेटर लगा रही हूँ, दूसरा है इंक्रीमेंट डिक्रीमेंट ऑपरेटर की बजाय मैं यूजर की इनपुट पर डिपेंड कर रही हूँ कि इंक्रीमेंट डिक्रीमेंट लगना है या नहीं, मतलब कोई वैल्यू जो चेंजेस लियाने हैं या नहीं लियाने, ओके। इस जगह पे इस केस दे विच यूजर जो भी फ्लैग की वैल्यू इनपुट करेगा उस बेसिस पे मेरी वाइल चेक करेगी कि मैं वाइल नू एग्जीक्यूट करना है, वाइल स्टेटमेंट नू दोबारा वाइल दी लूप नू दोबारा चलाना है या नहीं चलाना, ठीक है। अगर फ्लैग की वैल्यू यूजर ट्रू पुट करेगा देन अगेन चलेगी, अगर फॉल्स पुट करेगा देन नहीं चलेगी, क्यों? क्योंकि फ्लैग इज नॉट इक्वल टू ट्रू, ओके। ओके, इसका किसी ने कोई डाउट है? नो मैम। बाकी स्टूडेंट्स? नो डाउट मैम। मैं प्रिंटफ स्कैनफ दस्सियो मैम दोबारा। प्रिंटफ स्कैनफ ਨੂੰ ਕੀ ਹੋ ਗਿਆ ਤੁਹਾਨੂੰ? ਸੀ ਲੈਂਗੁਏਜ ਦਾ ਸਿੰਟੈਕਸ ਯੂਜ਼ ਕੀਤਾ ਮੈਂ, ਭੁੱਲ ਗਿਆ ਹੁਣ ਵੀ। मैम एक और सेमीकोलन ना भी करके दिखा दो। ਇਹਦੇ ਨਾਲ सेमीकोलन ਤੁਸੀਂ ਕਹਿ ਰਹੇ ਸੀ ਨਾ ਬ੍ਰੈਕਟਸ ਤੋਂ ਬਗੈਰ ਆਪਾਂ सेमीकोलन ਲਾ ਕੇ ਵੀ सिंटैक्स सेकंड सिंटैक्स। अच्छा कोलन लगा के, सेमीकोलन नहीं कोलन, उस अच्छा केस कोलन दे लगा विच के इस ब्रैकेट की जगह पे एंड वाइल स्टेटमेंट यूज होएगी। अच्छा कैप्स लॉक अपने आप ऑन ऑफ हो रहा है वो देख लियो, ठीक है, अपने आप। एंड इत्थे कोलन होएगा। प्रिंटफ की बजाय असी ਇਹਦੇ ਵਿੱਚ इको स्टेटमेंट यूज करते हैं एंड इनपुट अगर यूजर को लैनी है तो वो कुछ होर यूज होंगे। डेट्स वाई मैं PHP की एग्जाम्पल नहीं ली इस जगह पे, सी की एग्जाम्पल इस करके करवाई क्योंकि वो चीज़ सानू अजे करवानी कि किद्दां यूजर को इनपुट लैनी है, ठीक है। रांजित कोलन का मतलब प्रोग्रामिंग दे विच सेम ही मतलब है जो असी नॉर्मल लैंग्वेज विच करते सी। अगर मैं कोई स्टेटमेंट एक्सप्लेन करना चाहती, फॉर एग्जाम्पल मैं दसना है कि इनपुट डिवाइसिस की है, ठीक है। सो मैं की करांगी इदा कुछ लिख दी इनपुट डिवाइसिस, फिर कोलन तो बाद मैं सारा का सारा और एक्सप्लेन कर देनी है भी जो भी इनपुट डिवाइसिस होंगे, ठीक है। इस केस च कोलन का की मतलब है जो भी चीज़ इस तो पहला लिखी है उन्होंने मैं एक्सप्लेन कर रही हूँ अगे। सिमिलर ही प्रोग्रामिंग दे विच है, कोलन तो पहला जो भी लिखा है ਉਹਦੀ सारी बॉडी प्रोवाइड की है। अगर इस चीज़ देखा जाए तो यदी बॉडी ही है, यदी डिस्क्रिप्शन ही बाद में लिखनी है, वही चीज़ इतने है। बट सिर्फ प्रॉब्लम की है कि कोलन अगर यूज कर रहे हो वाइल दे नाल तो तुहानू एंड वाइल लिखना कंपलसरी है, अदरवाइज जिन्ना भी नीचे कोड होएगा वो सारा ही लूप के अंदर एंटर कर जाएगा। लिख सकते हो सोनू n++ ਨੂੰ ਤੁਸੀਂ ਪਹਿਲਾਂ ਵੀ ਲਿਖ ਸਕਦੇ ਹੋ। और कोई डाउट? अगर डाउट है तो अनम्यूट करके बोल सकते हो बेटा। क्लियर है? यस मैम क्लियर है। ओके अच्छा प्रांजित एक बात बताओ, फॉर एग्जांपल
सी लैंग्वेज तो सभी को आती है, ठीक है। ये सी वाली एग्जांपल ही ले रही हूँ, ठीक है। इसे हम फॉर लूप में कैसे लिख सकते हैं बताओ। मैम सिंपल अगर हम नंबर को प्रिंट करें तो वहाँ पे तो फॉर लूप ही यूज होगा। हाँ जी, अब जैसे हम नंबर को प्रिंट करते हैं 1 to 10 नंबर। बेटा नहीं, मैं ट्रू फॉल्स वाली एग्जांपल पूछ रही हूँ, ਕਿੱਦਾਂ ਤੁਸੀਂ ਚੇਂਜ ਕਰੋਗੇ ਉਹਦੇ ਵਿੱਚ। ਇਹ ਵਾਲੀ ਐਗਜ਼ਾਮਪਲ ਨੂੰ ਫॉर ਲੂਪ ਦੇ ਵਿੱਚ ਕਨਵਰਟ ਕਰੋ, ਉਹਨੂੰ ਛੱਡ ਦਿਓ, ਪੁਰਾਣੇ ਵਾਲੇ ਪ੍ਰੋਗਰਾਮ ਨੂੰ ਭੁੱਲ ਜਾਓ। ਹੁਣ ਇਸ ਚੀਜ਼ ਨੂੰ ਕਿੱਦਾਂ ਫॉर ਲੂਪ ਚ ਲਿਖੋਗੇ ਦੱਸੋ। रंजित बोलो। मैम इसको तो नहीं लिख सकते हैं। नहीं लिख सकते ना, पर वाइल ਦੇ ਨਾਲ ਤੇ ਕਰ ਸਕਦੇ ਆ। ਫॉर ਲੂਪ ਅਸੀਂ ਸਿਰਫ ਉਸ ਟਾਈਮ ਤੇ ਯੂਜ਼ ਕਰਦੇ ਜਦੋਂ ਮੈਨੂੰ ਪਤਾ ਹੈ ਕਿ ਮੈਂ i ਦੀ ਵੈਲਿਊ 0 ਤੋਂ ਲੈ ਕੇ ਜਾਂ ਕਿਸੇ ਵੀ ਵੈਲਿਊ ਤੱਕ n ਵੈਲਿਊ ਤੱਕ ਪ੍ਰਿੰਟ ਕਰਨਾ ਹੈ, ਠੀਕ ਹੈ। ਬਟ ਵਾਈਲ ਲੂਪ ਦੇ ਵਿੱਚ ਦੋ ਚੀਜ਼ਾਂ, ਇੱਕ ਤਾਂ ਮੈਨੂੰ ਪਤਾ, ਇੱਕ ਤਾਂ ਉਸ ਟਾਈਮ ਤੇ ਯੂਜ਼ ਕਰੇ ਜਦੋਂ ਮੈਂ i ਦੀ ਵੈਲਿਊ 0 ਤੋਂ ਲੈ ਕੇ n ਤੱਕ ਯੂਜ਼ ਕਰਨਾ ਕਿਸੇ ਵੀ ਵੈਲਿਊ ਤੱਕ, ਜਾਂ ਫਿਰ ਮੈਂ i ਦੀ ਵੈਲਿਊ ਨੂੰ ਕੰਡੀਸ਼ਨ ਚੈਕਿੰਗ ਦੇ ਤੌਰ ਤੇ ਯੂਜ਼ ਕਰਨਾ ਹੈ, ਟਰੂ ਹੈ ਜਾਂ ਫਾਲਸ ਹੈ। ਦੋਨਾਂ ਦੇ ਵਿੱਚ ਕੋਈ ਇੱਕ ਵੈਲਿਊ ਉਹਦੇ ਬੇਸਿਸ ਤੇ ਬਾਰ-ਬਾਰ ਚਲਾਣਾ, ਜਾਂ ਫਿਰ ਯੈਸ ਹੈ ਜਾਂ ਨੋ ਹੈ, ਜਾਂ ਯੂਜ਼ਰ ਨੇ ਬੁਲੀਅਨ ਵੈਲਿਊ ਕੋਈ ਵੀ ਦਿੱਤੀ ਹੈ, ਬੁਲੀਅਨ ਵੈਲਿਊਜ਼ ਦੇ ਲਈ ਵੀ ਡੀਲ ਕਰਦੀ ਹੈ ਵਾਈਲ ਲੂਪ। ਫੋਰ ਲੂਪ ਬੁਲੀਅਨ ਵੈਲਿਊਜ਼ ਦੇ ਨਾਲ ਡੀਲ ਨਹੀਂ ਕਰਦੀ, ਵਾਈਲ ਲੂਪ ਕਰਦੀ ਹੈ। ਵਾਈਲ ਦੀ ਕੰਡੀਸ਼ਨ ਜਿਹੜੀ ਹੈ ਉਹ ਹਮੇਸ਼ਾ ਬੁਲੀਅਨ ਦੇ ਨਾਲ ਹੀ ਜ਼ਿਆਦਾਤਰ ਯੂਜ਼ ਹੁੰਦੀ ਹੈ, ਇਸੇ ਕਰਕੇ ਵਾਈਲ ਲੂਪ ਬਣਾਈ ਗਈ, ਠੀਕ ਹੈ। ਓਕੇ, ਅੱਛਾ ਹੁਣ ਇੱਕ ਚੀਜ਼ ਯਾਦ ਰੱਖਿਓ, ਵਾਈਲ ਲੂਪ ਜਿਹੜੀ ਹੈ ਉਹ ਪਹਿਲਾਂ ਕੰਡੀਸ਼ਨ ਚੈੱਕ ਕਰਦੀ ਹੈ, ਉਸ ਤੋਂ ਬਾਅਦ ਹੀ ਆਪਣੀ ਬੋਡੀ ਐਗਜ਼ੀਕਿਊਟ ਕਰਦੀ ਹੈ। ਅਗਰ ਕੰਡੀਸ਼ਨ ਸਟਾਰਟਿੰਗ ਤੇ ਹੀ ਫਾਲਸ ਹੈ, ਫੋਰ ਐਗਜ਼ਾਮਪਲ ਮੈਂ ਇਸ ਕੇਸ ਦੇ ਵਿੱਚ ਫਲੈਗ ਨੂੰ ਸਟਾਰਟਿੰਗ ਤੇ ਹੀ ਫਾਲਸ ਰੱਖ ਦੇਵਾਂ ਵੈਲਿਊ ਇਹਦੀ, ਫਿਰ ਕੀ ਹੋਏਗਾ, ਫਲੈਗ ਇਜ਼ ਇਕੁਅਲ ਟੂ ਫਾਲਸ, ਫਲੈਗ ਇਜ਼ ਨੋਟ ਇਕੁਅਲ ਟੂ ਟਰੂ, ਇਹ ਵਾਲਾ ਪਾਰਟ ਸਾਰਾ ਐਗਜ਼ੀਕਿਊਟ ਹੀ ਨਹੀਂ ਹੋਣਾ, ਠੀਕ ਹੈ। ਬਟ ਵੀ ਹੈਵ ਅਨਦਰ ਲੂਪ, ਡੂ ਵਾਈਲ ਲੂਪ। ਉਹ ਕੀ ਕਰਦੀ ਹੈ, ਉਹ ਵਾਈਲ ਲੂਪ ਦਾ ਜੋ ਵੀ ਕੰਮ, ਜੋ ਜਿਸ ਤਰੀਕੇ ਨਾਲ ਵਾਈਲ ਲੂਪ ਵਰਕ ਕਰਦੀ ਹੈ ਨਾ, ਸੇਮ ਵਰਕਿੰਗ ਹੈ, ਸਿਰਫ ਇੱਕ ਡਿਫਰੈਂਸ ਹੈ। ਡੂ ਵਾਈਲ ਲੂਪ ਨੇ ਐਟਲੀਸਟ ਇੱਕ ਵਾਰ, ਅਗਰ ਸਟਾਰਟਿੰਗ ਤੇ ਸਾਡੀ ਕੰਡੀਸ਼ਨ ਫਾਲਸ ਹੈ, ਫਿਰ ਵੀ ਉਹ ਇੱਕ ਵਾਰ ਉਹ ਕੰਮ ਕਰੇਗੀ, ਪਰਫਾਰਮ ਕਰੇਗੀ, ਠੀਕ ਹੈ। ਫੋਰ ਐਗਜ਼ਾਮਪਲ ਮੈਂ ਇੱਕ i ਵੇਰੀਏਬਲ ਲਿਆ, ਉਹਦੇ ਵਿੱਚ ਮੈਂ 5 ਇਨਪੁਟ ਕਰਵਾਇਆ, ਡੂ, ਠੀਕ ਹੈ। ਇੱਥੇ ਮੈਂ ਇਕੋ ਦੇ ਨਾਲ ਪ੍ਰਿੰਟ ਕਰ ਰਹੀ ਹਾਂ i ਦੀ ਵੈਲਿਊ ਨੂੰ, ਐਂਡ ਉਸ ਤੋਂ ਬਾਅਦ ਨੈਕਸਟ ਲਾਈਨ ਐਂਟਰ ਕਰਵਾ ਰਹੀ ਹਾਂ, ਓਕੇ। ਓਕੇ, ਅੱਛਾ ਡੂ ਵਾਈਲ ਦੇ ਵਿੱਚ ਕੀ ਹੁੰਦਾ, ਜੋ ਡੂ ਵਾਈਲ ਚ ਪਹਿਲੇ ਇਨਕਰੀਮੈਂਟ ਡਿਕਰੀਮੈਂਟ ਹੁੰਦਾ, ਫਿਰ ਬਾਅਦ ਵਿੱਚ ਕੰਡੀਸ਼ਨ ਚੈੱਕ ਕਰਦਾ, ਰਾਈਟ ਵੀਨਸ। ਡੂ ਵਾਈਲ ਦੇ ਵਿੱਚ ਅਸੀਂ ਕੀ ਕਰ ਰਹੇ, ਡੂ ਮੈਂ ਇੱਕ ਚੀਜ਼ ਪ੍ਰਿੰਟ ਕਰ ਰਹੀ ਹਾਂ, ਬਟ ਮੈਂ ਕੰਡੀਸ਼ਨ ਕੀ ਅਪਲਾਈ ਕਰ ਰਹੀ ਹਾਂ, ਕੰਡੀਸ਼ਨ ਹੈ ਵਾਈਲ ਦੇ ਵਿੱਚ i ਦੀ ਵੈਲਿਊ ਮਸਟ ਬੀ ਗ੍ਰੇਟਰ ਦੈਨ 10। ਹੁਣ ਇਸ ਕੇਸ ਦੇ ਵਿੱਚ ਲੂਪ ਐਗਜ਼ੀਕਿਊਟ ਤਾਂ ਨਹੀਂ ਹੋਣੀ ਚਾਹੀਦੀ ਸੀ, ਬਿਕੋਜ਼ ਮੇਰੀ i ਦੀ ਵੈਲਿਊ ਗ੍ਰੇਟਰ ਦੈਨ 10 ਤਾਂ ਨਹੀਂ ਹੈ, ਬਟ ਡੂ ਵਾਈਲ ਕੀ ਕਰਦਾ, ਐਟਲੀਸਟ ਇੱਕ ਵਾਰ i ਦੀ ਵੈਲਿਊ ਨੂੰ ਪ੍ਰਿੰਟ ਜ਼ਰੂਰ ਕਰੇਗਾ। ਮਤਲਬ ਇਹਦੀ ਆਊਟਪੁੱਟ ਅਗਰ ਦੇਖੀ ਜਾਏ ਤੇ ਇਹਦੀ ਆਊਟਪੁੱਟ ਦੇ ਵਿੱਚ 5 ਇੱਕ ਵਾਰ ਪ੍ਰਿੰਟ ਜ਼ਰੂਰ ਹੋਏਗਾ, ਮਤਲਬ ਇੱਕ ਵਾਰ ਲੂਪ ਚੱਲੇਗੀ, ਫਿਰ ਉਹ ਕੰਡੀਸ਼ਨ ਚੈੱਕ ਕਰੇਗਾ, ਉਸ ਤੋਂ ਬਾਅਦ ਉਹ ਦੁਬਾਰਾ ਦੇਖੇਗਾ ਕਿ ਚਲਾਣੀ ਹੈ ਕਿ ਨਹੀਂ ਚਲਾਣੀ, ਠੀਕ ਹੈ। ਅਗਰ ਤਾਂ ਇੱਥੇ ਕੰਡੀਸ਼ਨ ਸਹੀ ਲਗਾਨੀ ਹੈ, ਮੈਂ 0 ਹੀ ਲਗਾ ਰਹੀ ਹਾਂ, ਠੀਕ ਹੈ, ਫਿਰ ਤਾਂ ਉਹ ਚੱਲਦਾ ਰਹੇਗਾ, ਠੀਕ ਹੈ। ਤੇ ਉਹਦੇ ਨਾਲ ਇੰਕਰੀਮੈਂਟ ਜਾਂ ਡਿਕਰੀਮੈਂਟ ਦੀ ਕੰਡੀਸ਼ਨ ਵੀ ਲਗਾਣੀ ਪਏਗੀ, ਠੀਕ ਹੈ। ਬਟ ਅਗਰ ਮੈਂ ਸਟਾਰਟਿੰਗ ਤੇ ਕੰਡੀਸ਼ਨ ਹੀ ਗਲਤ ਲਗਾ ਦੇਵਾਂ, 10 ਦੇ ਨਾਲ ਚਲਾਵਾਂ, ਤਾਂ ਵੀ ਉਹ 5 ਦੇ ਨਾਲ ਚੱਲੇਗਾ, ਠੀਕ ਹੈ। ਥੋੜਾ ਜਿਹਾ ਡਿਫਰੈਂਸ ਕਲੀਅਰ ਹੋਇਆ, ਜ਼ਿਆਦਾ ਨਹੀਂ, ਥੋੜਾ ਜਿਹਾ ਹੋਇਆ। मैम रिपीट करिए सारी।
ਲੂਪ ਅੱਛਾ ਸੇਮ ਪ੍ਰੋਗਰਾਮ ਨੂੰ ਅਗਰ ਵਾਈਲ ਲੂਪ ਦੇ ਨਾਲ ਚਲਾਉਂਦੇ ਫਿਰ ਦੇਖਦੇ ਹਾਂ ਕੀ ਹੁੰਦਾ। ਠੀਕ ਹੈ, ਦੋਨਾਂ ਦੀ ਚੀਜ਼ਾਂ ਦੱਸਦੀ। ਅਗਰ ਮੈਂ ਇਸੇ ਪ੍ਰੋਗਰਾਮ ਨੂੰ ਵਾਈਲ ਦੇ ਨਾਲ ਲਿਖਣਾ ਹੈ ਤਾਂ ਮੈਂ ਕੀ ਕਰਾਂਗੀ, $i is greater than 10, ਠੀਕ ਹੈ, ਐਂਡ ਸੇਮ ਆਈ ਪਾਰਟ ਹੋਏਗਾ ਇੱਥੇ। ਓਕੇ, ਆਹੀ ਚੀਜ਼ ਯੂਜ਼ ਕਰ ਰਹੀ ਹਾਂ। ਓਕੇ, ਹੁਣ ਅਗਰ ਵਾਈਲ ਲੂਪ ਦੇ ਨਾਲ ਦੇਖਿਆ ਜਾਏ ਤਾਂ ਵਾਈਲ ਲੂਪ ਦੇ ਵਿੱਚ ਕੀ ਹੁੰਦਾ ਹੈ, ਪਹਿਲਾਂ ਤੇ ਉਹਨੇ ਦੇਖਿਆ i ਦੀ ਵੈਲਿਊ ਨੂੰ ਕਰ ਦਿੱਤਾ ਇਨੀਸ਼ੀਅਲਾਈਜ਼ 5 ਦੇ ਨਾਲ, i ਦੇ ਵਿੱਚ ਚਲਾ ਗਿਆ 5। ਹੁਣ 5 ਦੀ ਵੈਲਿਊ ਗ੍ਰੇਟਰ ਹੈ, 5 ਇਜ਼ ਗ੍ਰੇਟਰ ਦੈਨ 10 ਨਹੀਂ, ਫੋਲਸ ਹੈ। ਠੀਕ ਹੈ, ਮਤਲਬ ਇਹ ਕੰਡੀਸ਼ਨ ਹੋ ਗਈ ਫੋਲਸ। ਸੋ ਇਹਦੇ ਅੰਦਰ ਐਂਟਰ ਨਹੀਂ ਕਰੇਗਾ, ਆਊਟਪੁੱਟ ਕੁਛ ਵੀ ਨਹੀਂ ਆਏਗੀ, ਖਾਲੀ ਐਮਟੀ ਆਏਗੀ, ਖਾਲੀ ਬਿਲਕੁਲ ਵਾਈਟ ਸਕਰੀਨ। ਠੀਕ ਹੈ, ਬਟ ਅਗਰ ਡੂ ਵਾਈਲ ਦੀ ਗੱਲ ਕੀਤੀ ਜਾਏ, ਸੇਮ ਹੀ ਪ੍ਰੋਗਰਾਮ ਹੈ, ਕੰਡੀਸ਼ਨ ਵੀ ਸੇਮ ਹੀ ਲਗਾਈ ਹੈ। ਡੂ ਵਾਈਲ ਦੇ ਵਿੱਚ ਐਟਲੀਸਟ ਇੱਕ ਆਊਟਪੁੱਟ ਆਏਗੀ, ਮਤਲਬ ਫਸਟ ਟਾਈਮ ਉਹਨੇ ਦੇਖਣਾ ਨਹੀਂ ਹੈ। ਦੇਖੋ ਅਗਰ ਤੁਹਾਨੂੰ ਇਹ ਪਤਾ ਹੋਏਗਾ ਕਿ ਕੋਡ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਚੱਲਦਾ, ਪਹਿਲੀ ਲਾਈਨ ਤੋਂ ਸਟਾਰਟ ਹੁੰਦਾ, ਨੀਚੇ 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 ਮੂਵ ਕਰਦਾ। ਠੀਕ ਹੈ, ਇਸ ਕੇਸ 'ਚ ਕੀ ਹੋ ਰਿਹਾ, ਉਹਨੇ ਪਹਿਲਾਂ i ਦੀ ਵੈਲਿਊ ਨੂੰ ਕਰ ਦਿੱਤਾ 5 ਦੇ ਨਾਲ ਇਨੀਸ਼ੀਅਲਾਈਜ਼, ਉਸ ਤੋਂ ਬਾਅਦ ਉਹਨੇ ਪੜਿਆ ਡੂ, ਉਹਨੇ ਕਿਹਾ ਕੰਮ ਕਰਨਾ ਹੈ, ਕਿਹੜਾ ਕੰਮ ਕਰਨਾ ਹੈ, ਇਹ ਵਾਲਾ ਕੰਮ ਕਰਨਾ ਹੈ। ਉਹਨੇ ਉਹ ਕਰ ਦਿੱਤਾ ਕੰਮ, ਇੱਕ ਵਾਰੀ 5 ਪ੍ਰਿੰਟ ਕਰ ਦਿੱਤਾ, ਇਨਕਰੀਮੈਂਟ ਡਿਕਰੀਮੈਂਟ ਵੀ ਕਰ ਦਿੱਤਾ, ਜੋ ਵੀ ਅਸੀਂ ਲਗਾਵਾਂਗੇ, ਚਾਹੇ i++ ਕਰ ਦਿਓ, ਚਾਹੇ i- ਕਰ ਦਿਓ, ਕੁਛ ਵੀ ਕਰ ਦਿਓ। ਠੀਕ ਹੈ, ਉਹਨੇ ਇਨਕਰੀਮੈਂਟ ਡਿਕਰੀਮੈਂਟ ਵੀ ਕਰ ਦਿੱਤਾ। ਉਸ ਤੋਂ ਬਾਅਦ ਉਹਨੇ ਜਾ ਕੇ ਦੇਖਿਆ ਜਿਹੜੀ i ਦੀ ਵੈਲਿਊ ਮੈਂ ਯੂਜ਼ ਕਰ ਰਿਹਾ ਸੀ ਉਹ ਤਾਂ ਗ੍ਰੇਟਰ ਦੈਨ 10 ਨਹੀਂ ਹੈ, ਇਸ ਕਰਕੇ ਉਹਨੇ ਦੁਬਾਰਾ ਇਹ ਲੂਪ ਨਹੀਂ ਚਲਾਣੀ। ਬਟ ਅਗਰ ਇੱਥੇ ਦੇਖਿਆ ਜਾਏ ਤਾਂ ਪਹਿਲਾਂ ਉਹਨੇ i ਦੀ ਵੈਲਿਊ ਇਨੀਸ਼ੀਅਲਾਈਜ਼ ਕੀਤੀ, ਉਸ ਤੋਂ ਬਾਅਦ ਨਾਲ ਹੀ ਪਹਿਲਾਂ ਕੰਡੀਸ਼ਨ ਚੈੱਕ ਕਰ ਲਈ ਕਿ ਹਾਂ ਇਹ ਵੈਲਿਊ ਗ੍ਰੇਟਰ ਦੈਨ ਹੈ ਜਾਂ ਨਹੀਂ ਹੈ 10 ਤੋਂ। ਅਗਰ ਗ੍ਰੇਟਰ ਹੋਏਗੀ ਤਾਂ ਚੱਲੇਗੀ, ਅਦਰਵਾਈਜ਼ ਨਹੀਂ ਚੱਲੇਗੀ। ਇਹ ਗ੍ਰੇਟਰ ਨਹੀਂ ਸੀ, ਡੈਟਸ ਵਾਈ ਉਹਨੇ ਕੁਝ ਵੀ ਪ੍ਰਿੰਟ ਨਹੀਂ ਕੀਤਾ। ਇਸ ਕੇਸ ਦੇ ਵਿੱਚ ਉਹਨੇ ਡੂ ਕੀਵਰਡ ਜਿਹੜਾ ਹੈ ਉਹ ਦੱਸ ਰਿਹਾ ਕਿ ਐਟਲੀਸਟ ਇੱਕ ਵਾਰ ਇਹ ਕੰਮ ਹੋਣਾ ਚਾਹੀਦਾ। ਇਹ ਅਸੀਂ ਉਦੋਂ ਯੂਜ਼ ਕਰਦੇ ਜਦੋਂ ਮੈਨੂੰ ਪਤਾ ਹੋਏ ਕਿ ਮੈਂ ਐਟਲੀਸਟ ਇੱਕ ਵਾਰ ਕੋਈ ਨਾ ਕੋਈ ਕੰਮ ਪਰਫਾਰਮ ਕਰਵਾਉਣਾ ਹੀ ਕਰਵਾਉਣਾ ਹੈ, ਬੇਸ਼ੱਕ ਮੇਰੀ ਕੰਡੀਸ਼ਨ ਟਰੂ ਹੈ, ਬੇਸ਼ੱਕ ਮੇਰੀ ਕੰਡੀਸ਼ਨ ਫਾਲਸ ਹੈ। ठीक है, ਹੁਣ क्लियर है थोड़ा ਜਿਹਾ। मैम अगर मैं 5 की जगह 1 लिख दी फिर? यस मैम। किस जगह ਤੇ? मैम डू वाइल च। ਡੂ ਵਾਈਲ ਦੇ ਵਿੱਚ ਕਿੱਥੇ 5 ਦੀ ਜਗ੍ਹਾ 1 ਇੱਥੇ? मैं ऊपर मैम आ गई, हाँ जी हाँ जी। ਤਾਂ ਵੀ 1 ਇਜ਼ ਨਾਟ फिर ਗ੍ਰੇਟਰ मैम ਦੈਨ 10। आउटपुट 1 आएगी? ਫਿਰ ਆਊਟਪੁੱਟ 1 ਹੈ ਕਿ ਜੋ ਵੀ ਤੁਸੀਂ ਦੋਗੇ ਐਟਲੀਸਟ ਉਹ ਇਹ ਚੀਜ਼ ਇੱਕ ਵਾਰ ਇਕੋ ਤੇ ਕਰ ਰਿਹਾ ਨਾ। ਇਕੋ ਦਾ ਮਤਲਬ ਪ੍ਰਿੰਟ ਕਰਨਾ, ਜੋ ਵੀ $i ਦੀ ਵੈਲਿਊ ਹੋਏਗੀ ਉਹਨੂੰ ਪ੍ਰਿੰਟ ਕਰ ਦੇਗਾ। ਉਸ ਤੋਂ ਬਾਅਦ ਉਹ ਕੰਡੀਸ਼ਨ ਚੈੱਕ ਕਰ ਰਿਹਾ। ओके मैम। ठीक है, ਹੋਰ ਕਿਸੇ ਨੂੰ ਕੋਈ ਡਾਊਟ ਹੈ? हाँ ना ओके क्लियर है, क्लियर। ओके। अच्छा ਹੁਣ ਡੂ ਵਾਈਲ ਦਾ ਫਲੋ ਚਾਰਟ ਅਗਰ ਦੇਖੋ ਤਾਂ ਜ਼ਿਆਦਾ ਕਲੀਅਰ ਹੋ ਜਾਏਗਾ ਤੁਹਾਨੂੰ। ਫਲੋ ਚਾਰਟ 'ਚ ਕੀ ਹੋ ਰਿਹਾ, ਪਹਿਲਾਂ ਡੂ ਸਟੇਟਮੈਂਟ ਐਗਜ਼ੀਕਿਊਟ ਹੋਈ, ਉਸ ਤੋਂ ਬਾਅਦ ਉਹਨੇ ਕੰਡੀਸ਼ਨ ਚੈੱਕ ਕੀਤੀ ਕਿ ਮੈਂ ਦੁਬਾਰਾ ਲੂਪ ਚਲਾਣੀ ਹੈ ਜਾਂ ਨਹੀਂ ਚਲਾਣੀ। ਠੀਕ ਹੈ, ਅਗਰ ਕੰਡੀਸ਼ਨ ਟਰੂ ਹੋਏਗੀ ਤਾਂ ਦੁਬਾਰਾ ਲੂਪ ਚੱਲੇਗੀ, ਅਗਰ ਕੰਡੀਸ਼ਨ ਫਾਲਸ ਹੈ ਤਾਂ ਐਗਜ਼ਿਟ ਕਰੇਗਾ ਲੂਪ ਚੋਂ। ਬਟ ਇੱਕ ਵਾਰ ਸਟੇਟਮੈਂਟ ਐਗਜ਼ੀਕਿਊਟ ਜ਼ਰੂਰ ਹੋ ਗਈ, ਕੋਡ ਮਤਲਬ ਸਟੇਟਮੈਂਟ ਮੀਨਸ ਕੋਡ ਜਿਹੜਾ ਵੀ ਐਗਜ਼ੀਕਿਊਟ ਕਰਨਾ ਸੀ ਉਹ ਐਟਲੀਸਟ ਇੱਕ ਵਾਰ ਐਗਜ਼ੀਕਿਊਟ ਜ਼ਰੂਰ ਹੋਏਗਾ। ठीक है, एग्जाम्पल द्वारा। ओके देवप्रीत, मैं समझा रही हूँ दोबारा। ਅਸੀਂ ਇੱਕ ਵੇਰੀਏਬਲ ਬਣਾਇਆ, ਉਸ ਵੇਰੀਏਬਲ ਦੇ ਵਿੱਚ ਵੈਲਿਊ ਦਿੱਤੀ 1, i ਇਨੀਸ਼ੀਅਲਾਈਜ਼ ਹੋ ਗਿਆ 1 ਦੇ ਨਾਲ। ਮੈਂ ਕਹਿ ਰਹੀ ਹਾਂ ਡੂ ਕੰਮ ਕਰ, ਕਿਹੜਾ ਕੰਮ ਕਰ, ਜੋ ਵੀ ਮੈਂ ਬ੍ਰੈਕਟ ਦੇ ਵਿੱਚ ਲਿਖਿਆ। ਠੀਕ ਹੈ, ਹੁਣ ਕੰਪਾਈਲਰ ਤੇ ਇਹ ਹੈ ਕਿ ਉਹ ਇੱਕ ਇੱਕ ਲਾਈਨ ਐਗਜ਼ੀਕਿਊਟ ਕਰਦਾ, ਇਹ ਨਹੀਂ ਵੀ ਉਹ ਸਾਰਾ ਕੋਡ ਪੜ੍ਹਦਾ ਤੇ ਇੱਕੋ ਵਾਰੀ ਐਗਜ਼ੀਕਿਊਟ ਕਰਦਾ, ਨਹੀਂ, ਉਹ ਇੱਕ ਲਾਈਨ ਐਗਜ਼ੀਕਿਊਟ ਕਰਦਾ ਫਿਰ ਇੱਕ। ਹਮੇਸ਼ਾ ਅਸੀਂ ਜਦੋਂ ਕਲਾਸ 'ਚ ਪ੍ਰੋਗਰਾਮ ਕਰਦੇ ਸੀ ਮੈਂ ਹਮੇਸ਼ਾ ਇੱਕ ਇੱਕ ਲਾਈਨ ਐਗਜ਼ੀਕਿਊਟ ਕਰਵਾਉਂਦੀ ਸੀ ਲਾਈਨ ਵਾਈਜ਼। ਠੀਕ ਹੈ, ਉਹ ਇਸੇ ਕਰਕੇ ਜਸਟ ਬਿਕੋਜ਼ ਡੂ ਵਾਈਲ ਐਂਡ ਜਸਟ ਬਿਕੋਜ਼ ਕੰਪਾਈਲਰ ਜਿਹੜਾ ਉਹ ਇੱਕ ਇੱਕ ਲਾਈਨ ਨੂੰ ਐਗਜ਼ੀਕਿਊਟ ਕਰਦਾ, ਇਸ ਲਈ ਤੁਹਾਡੀ ਮੈਂਟਲ ਸੈਟਅਪ ਵੀ ਮੈਂ ਇਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਠੀਕ ਹੈ, ਹੁਣ ਪਹਿਲਾਂ ਉਹਨੇ ਕੀ ਕਿਹਾ, ਡੂ ਇਹ ਕੰਮ ਕਰ। ਠੀਕ ਹੈ, ਉਸ ਤੋਂ ਬਾਅਦ ਕੀ ਕੰਮ ਕਰਨਾ, ਇਕੋ ਮੀਨਸ ਪ੍ਰਿੰਟ ਕਰ, ਕੀ ਕਰੇ, i ਨੂੰ ਪ੍ਰਿੰਟ ਕਰੇ। ਉਹਨੇ ਆਊਟਪੁੱਟ ਦੇ ਵਿੱਚ i ਨੂੰ ਪ੍ਰਿੰਟ ਕਰ ਦਿੱਤਾ 1। ਉਸ ਤੋਂ ਬਾਅਦ ਇਨਕਰੀਮੈਂਟ ਡਿਕਰੀਮੈਂਟ, ਮੰਨ ਲਓ ਮੈਂ ਇੱਥੇ ਲਿਖਿਆ ਸੀ ਕਿ $i ਦੀ ਵੈਲਿਊ ਨੂੰ ++ ਕਰ ਦਿਓ। ਠੀਕ ਹੈ, ਹੁਣ i ਦੀ ਵੈਲਿਊ ਨੂੰ ਅਗਰ ਇਨਕਰੀਮੈਂਟ ਕਰ ਵੀ ਦਿੰਦਾ ਹੈ ਉਹ, ਤਾਂ i ਦੀ ਵੈਲਿਊ ਕੀ ਹੋ ਗਈ ਇੱਥੇ 2 ਇਜ਼ ਗ੍ਰੇਟਰ ਦੈਨ 10। ਇਹ ਟਰੂ ਹੈ ਜਾਂ ਫਾਲਸ ਹੈ?
ਇਹ ਫਾਲਸ ਹੈ, 2 ਵੱਡਾ ਨਹੀਂ ਹੈ 10 ਨਾਲੋਂ, 10 ਵੱਡਾ ਹੈ, ਠੀਕ ਹੈ। ਇਹ ਕੰਡੀਸ਼ਨ ਹੋ ਗਈ ਫਾਲਸ ਸਾਡੀ। ਅਗਰ ਇਹ ਕੰਡੀਸ਼ਨ ਫਾਲਸ ਹੋ ਗਈ ਹੈ, ਇਟ ਮੀਨਸ ਲੂਪ ਦੁਬਾਰਾ ਨਹੀਂ ਚੱਲੇਗੀ। ਦੈਟ ਮੀਨਸ ਸਾਡੀ ਆਊਟਪੁੱਟ ਦੇ ਵਿੱਚ ਸਿਰਫ 1 ਆਇਆ, ਉਸ ਤੋਂ ਬਾਅਦ ਲੂਪ ਬੰਦ ਹੋ ਗਈ, ਪ੍ਰੋਗਰਾਮ ਖਤਮ, ਠੀਕ ਹੈ। ਅਗਰ ਅਸੀਂ ਵਾਈਲ ਦੀ ਗੱਲ ਕਰਦੇ ਹਾਂ ਤਾਂ ਵਾਈਲ ਦੇ ਵਿੱਚ ਕੀ ਹੁੰਦਾ ਹੈ ਕਿ i ਦੀ ਵੈਲਿਊ ਨੂੰ ਮੈਂ ਪਹਿਲਾਂ ਇਨੀਸ਼ੀਅਲਾਈਜ਼ ਕੀਤਾ 5 ਦੇ ਨਾਲ, ਉਹਨੇ ਪਹਿਲਾਂ ਹੀ ਚੈੱਕ ਕਰ ਲਿਆ ਕਿ 5 ਇਜ਼ ਗ੍ਰੇਟਰ ਦੈਨ 10 ਹੈ ਜਾਂ ਨਹੀਂ, ਠੀਕ ਹੈ। ਮਤਲਬ ਇਸ ਕੇਸ 'ਚ ਅਸੀਂ ਐਂਟਰੀ ਦੇ ਉੱਤੇ ਹੀ, ਲੂਪ ਦੇ ਵਿੱਚ ਐਂਟਰੀ ਦੇ ਉੱਤੇ ਹੀ ਚੈੱਕ ਲਗਾ ਰਹੇ ਹਾਂ ਕਿ ਐਂਟਰੀ ਤਾਂ ਹੀ ਮਿਲੇਗੀ ਅਗਰ ਵੈਲਿਊ ਤੁਹਾਡੀ 10 ਤੋਂ ਵੱਡੀ ਹੋਏਗੀ। ਇਸ ਕੇਸ ਦੇ ਵਿੱਚ ਐਟਲੀਸਟ ਇੱਕ ਵਾਰ ਐਂਟਰੀ ਮਿਲ ਗਈ ਹੈ, ਮਤਲਬ ਇਦਾਂ ਕਹਿ ਸਕਦੇ ਹੋ ਕਿ ਟ੍ਰਾਇਲ ਬੇਸਿਸ ਤੇ ਤੁਹਾਨੂੰ ਟ੍ਰਾਇਲ ਮਿਲ ਗਿਆ ਇੱਕ ਵਾਰ, ਐਂਡ ਉਸ ਤੋਂ ਬਾਅਦ ਉਹਨੇ ਕੰਡੀਸ਼ਨ ਚੈੱਕ ਕਰਨੀ ਕਿ ਤੁਸੀਂ ਟ੍ਰਾਇਲ ਦੇ ਵਿੱਚ ਵਧੀਆ ਪਰਫਾਰਮ ਕੀਤਾ ਹੈ ਜਾਂ ਨਹੀਂ। ਅਗਰ ਵਧੀਆ ਪਰਫਾਰਮ ਕਰੋਗੇ ਤਾਂ ਤੁਹਾਨੂੰ ਦੁਬਾਰਾ ਉਹਨੂੰ ਉਸ ਚੀਜ਼ ਨੂੰ ਪਲੇ ਕਰਨ ਦਾ ਮੌਕਾ ਮਿਲੇਗਾ, ਅਗਰ ਵਧੀਆ ਨਹੀਂ ਪਰਫਾਰਮ ਕਰੋਗੇ ਤਾਂ ਦੁਬਾਰਾ ਨਹੀਂ ਪਲੇ ਕਰਨ ਦਾ ਮੌਕਾ ਮਿਲੇਗਾ। ਬਟ ਵਾਈਲ ਲੂਪ ਵੀ ਕਹਿੰਦੀ ਹੈ ਤੁਸੀਂ ਪਲੇ ਤਾਂ ਹੀ ਕਰਨਾ ਹੈ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਕੰਡੀਸ਼ਨ ਹੈ, ਅਗਰ ਤੁਹਾਡੇ ਕੋਲ ਕੋਈ ਨਾ ਕੋਈ ਆਲਰੇਡੀ ਸਰਟੀਫਿਕੇਟ ਹੈ ਕਿ ਮੈਂ ਖੇਲ ਰਿਹਾ ਇਹ ਚੀਜ਼ ਵਧੀਆ ਤਰੀਕੇ ਨਾਲ, ਤਾਂ एंट्री पे ही एक्सक्यूज मी मैम, लगा देता है नहीं। हाँ जी सॉरी मैम मैं लेट होगी क्योंकि वो कनेक्ट नहीं हो रहा था लिंक, नेटवर्क प्रॉब्लम थी कोई बात नहीं, कोई बात मैम। नहीं, मेरी अटेंडेंस अटेंडेंस लगा दूंगी बेटा, सेंड कर दो चैट को, ओके थैंक यू। ठीक है। देवप्रीत हूं क्लियर है थोड़ा जा? यस मैम। ओके, और किसी ने कोई डाउट है ਇਹਦੇ ਬਾਰੇ? इस वाली स्लाइड तक कोई डाउट है किसी को? नो मैम। हाँ मैम। अच्छा ਇੱਥੇ ਮੈਂ ਲਿਖ ਵੀ ਦਿੱਤਾ ਸੀ ਇਸੇ ਲਈ ਤੁਹਾਡੇ ਲਈ ਕਿ ਡਿਫਰੈਂਸ ਇੱਕ ਹੀ ਹੈ ਕਿ ਵਾਈਲ ਜਿਹੜੀ ਹੈ ਚੈੱਕ ਕਰਦੀ ਹੈ ਕੰਡੀਸ਼ਨ ਨੂੰ ਬਿਗਨਿੰਗ ਤੇ, ਮਤਲਬ ਪਹਿਲਾਂ ਚੈੱਕ ਕਰੇਗੀ ਫਿਰ ਐਗਜ਼ੀਕਿਊਟ ਕਰੇਗੀ। ਡੂ ਵਾਈਲ ਜਿਹੜੀ ਹੈ ਉਹ ਕੰਡੀਸ਼ਨ ਨੂੰ ਕਦੋਂ ਚੈੱਕ ਕਰਦੀ ਹੈ? ਐਂਡਿੰਗ ਤੇ, ਲੂਪ ਦੀ ਐਂਡਿੰਗ ਤੇ। ਇੱਕ ਵਾਰ ਲੂਪ ਚੱਲ ਪਈ ਉਸ ਤੋਂ ਬਾਅਦ ਕੰਡੀਸ਼ਨ ਚੈੱਕ ਕਰੇਗੀ, ਠੀਕ ਹੈ। ਨੈਕਸਟ ਪ੍ਰੋਗਰਾਮ ਆਲਰੇਡੀ ਕਰ ਹੀ ਲਿਆ, ਚਲੋ ਹੁਣ ਇਹਦੀ ਆਈ ਥਿੰਕ ਸਮਝਾਉਣ ਦੀ ਜ਼ਰੂਰਤ ਨਹੀਂ ਹੈ, ਠੀਕ ਹੈ। ਨੈਕਸਟ ਅਸੀਂ ਸਟਾਰਟ ਕਰ ਰਹੇ ਹਾਂ ਹੁਣ ਜੰਪਿੰਗ ਸਟੇਟਮੈਂਟਸ। ਜੰਪਿੰਗ ਸਟੇਟਮੈਂਟਸ ਉਹ ਸਟੇਟਮੈਂਟ ਜਿਹੜੇ ਸਾਡੇ ਪ੍ਰੋਗਰਾਮ ਦੇ ਨੋਰਮਲ ਫਲੋ ਨੂੰ ਥੋੜਾ ਜਿਹਾ ਚੇਂਜ ਕਰਦੀਆਂ ਨੇ। ਮਤਲਬ ਫੋਰ ਐਗਜ਼ਾਮਪਲ ਮੈਂ ਲੂਪ ਲਗਾਈ ਹੋਈ ਸੀ, ਲੂਪ ਦੇ ਵਿੱਚੋਂ ਮੈਂ ਚਾਹੁੰਦੀ ਹਾਂ ਕਿ ਨਹੀਂ ਲੂਪ ਦੇ ਵਿੱਚ ਇੱਕ ਪੁਆਇੰਟ ਇਹੋ ਜਿਹਾ ਆਏ ਜਦੋਂ ਮੇਰਾ ਲੂਪ ਐਗਜ਼ੀਕਿਊਟ ਕੰਪਲੀਟ ਨਾ ਹੋਏ, ਨਿਕਲ ਜਾਏ ਬਾਹਰ। ਫੋਰ ਐਗਜ਼ਾਮਪਲ ਮੈਂ ਪੂਰੇ ਦੇ ਪੂਰੇ ਮੇਰੇ ਕੋਲ ਸਟੂਡੈਂਟਸ ਡਿਟੇਲਸ ਹੈ, ਠੀਕ ਹੈ। ਰੋਲ ਨੰਬਰ 1 to ਰੋਲ ਨੰਬਰ 50 ਤੱਕ ਦੀ ਡਿਟੇਲਸ ਹੈ, ਠੀਕ ਹੈ। ਮੈਂ ਫਾਈਂਡ ਆਊਟ ਕਰਨਾ ਹੈ ਕਿ ਰੋਲ ਨੰਬਰ 40 ਜਿਹੜਾ ਹੈ ਉਹ ਹੈ ਜਾਂ ਨਹੀਂ ਹੈ, ਮੇਰੇ ਕੋਲ ਉਹਦਾ ਰਿਕਾਰਡ ਹੈ ਜਾਂ ਨਹੀਂ ਹੈ, ਠੀਕ ਹੈ। 1 to 50 ਤੱਕ ਇੰਨਾ ਮੈਨੂੰ ਪਤਾ ਹੈਗਾ ਹੈ, ਪਰ ਇਹ ਨਹੀਂ ਪਤਾ 40 ਦਾ ਰਿਕਾਰਡ ਹੈ ਜਾਂ ਨਹੀਂ। ਉਸ ਕੇਸ 'ਚ ਮੈਂ ਕੀ ਕਰਾਂਗੀ, ਲੂਪ ਚਲਾਵਾਂਗੀ ਰੋਲ ਨੰਬਰ 1 ਤੋਂ ਲੈ ਕੇ ਰੋਲ ਨੰਬਰ 50 ਤੱਕ। ਬਟ ਮੈਂ ਉਹਦੇ ਵਿੱਚ ਇੱਕ ਕੰਡੀਸ਼ਨ ਲਗਾ ਦਾਂਗੀ ਕਿ ਅਗਰ 40 ਮਿਲਦੀ ਹੈ ਵੈਲਿਊ ਤਾਂ ਲੂਪ ਚੋਂ ਬਾਹਰ ਨਿਕਲ ਆਏ ਐਂਡ ਦੱਸ ਦੇ ਕਿ ਉਹ ਨਹੀਂ ਮਿਲ ਗਿਆ ਮੈਨੂੰ ਆਲਰੇਡੀ। ਅਗਲੀਆਂ ਜਿਹੜੀਆਂ 10 ਐਂਟਰੀਜ਼ ਹੈ ਉਹਨਾਂ ਨੂੰ ਚੈੱਕ ਨਾ ਕਰੇ, ਠੀਕ ਹੈ। ਦੈਟਸ ਵਾਈ ਜੰਪਿੰਗ ਸਟੇਟਮੈਂਟਸ ਯੂਜ਼ ਹੁੰਦੀਆਂ। ਜਾਂ ਫਿਰ ਇਦਾਂ ਕਹਿ ਲਓ ਕਿ ਮੈਂ ਲੂਪ ਲਗਾ ਰਹੀ ਹਾਂ, ਮੇਰੇ ਕੋਲ 50 ਇੰਪਲੋਈਜ਼ ਹੈ, ਠੀਕ ਹੈ। ਉਹਨਾਂ ਦੇ ਵਿੱਚੋਂ ਸਾਰੇ ਇੰਪਲੋਈਜ਼ ਦੀ ਮੈਂ ਸੈਲਰੀ ਨੂੰ 20% ਇਨਕਰੀਜ਼ ਕਰਨਾ ਹੈ ਐਕਸੈਪਟ ਇੱਕ ਇੰਪਲੋਈ ਨੂੰ ਛੱਡ ਕੇ ਬਾਕੀ ਸਭ ਦੀ ਸੈਲਰੀ ਮੈਂ 20% ਇੰਕਰੀਮੈਂਟ ਕਰਨੀ ਹੈ, ਠੀਕ ਹੈ। ਐਂਡ ਉਹ ਇੰਪਲੋਈ ਜਿਹਦੀ ਨਹੀਂ ਕਰਨੀ ਉਹਦਾ ਮੰਨ ਲਓ ਇੰਪਲੋਈ ਆਈਡੀ ਹੈ 20, ਠੀਕ ਹੈ। ਸੋ ਉਸ ਕੇਸ 'ਚ ਵੀ ਮੈਂ ਜੰਪਿੰਗ ਸਟੇਟਮੈਂਟ ਯੂਜ਼ ਕਰਦੀ ਹਾਂ। ਕਿੱਦਾਂ ਕਰਦੀ ਹਾਂ ਇਹ ਮੈਂ ਦੱਸ ਦਿੰਦੀ ਹਾਂ, ਠੀਕ ਹੈ। ਟੈਨਸ਼ਨ ਨਹੀਂ ਲੈਣੀ, ਆਰਾਮ ਨਾਲ ਸਮਝਿਓ, ਈਜ਼ੀ ਹੈ ਬਹੁਤ ਜ਼ਿਆਦਾ, ਠੀਕ ਹੈ। ਬਸ ਇੰਨਾ ਯਾਦ ਰੱਖੋ ਕਿ ਜੰਪਿੰਗ ਸਟੇਟਮੈਂਟਸ ਨੋਰਮਲ ਲੂਪ ਦੀ ਐਗਜ਼ੀਕਿਊਸ਼ਨ ਨੂੰ ਵੀ ਚੇਂਜ ਕਰ ਦਿੰਦੀ ਹੈ। ਲੂਪ ਸਾਡੇ ਪ੍ਰੋਗਰਾਮ ਦੇ ਐਗਜ਼ੀਕਿਊਸ਼ਨ ਦੇ ਫਲੋ ਨੂੰ ਚੇਂਜ ਕਰਦੀ ਹੈ, ਬਟ ਲੂਪ ਦੇ ਫਲੋ ਨੂੰ ਵੀ ਚੇਂਜ ਕਰਨਾ ਹੈ ਤਾਂ ਫਿਰ ਉਹਦੇ ਲਈ ਜੰਪਿੰਗ ਸਟੇਟਮੈਂਟਸ ਹੈ, ਠੀਕ ਹੈ। ਫਰਸਟ ਜੰਪਿੰਗ ਸਟੇਟਮੈਂਟ ਹੈ ਬ੍ਰੇਕ ਸਟੇਟਮੈਂਟ। ਬ੍ਰੇਕ ਸਟੇਟਮੈਂਟ ਕੀ ਕਰਦੀ ਹੈ, ਇਹ ਅਸੀਂ ਫੋਰ ਵਾਈਲ, ਡੂ ਵਾਈਲ, ਸਵਿਚ ਜਾਂ ਫੋਰ ਇਚ ਕਿਸੇ ਵੀ ਜਗ੍ਹਾ ਤੇ ਯੂਜ਼ ਕਰ। ਸਵਿਚ ਦੇ ਵਿੱਚ ਅਸੀਂ ਕੀਤੀ ਸੀ ਕੇਸ ਦੇ ਲਈ, ਡੂ ਵਾਈਲ, ਵਾਈਲ ਐਂਡ ਫੋਰ ਇਚ ਤੇ ਫੋਰ, ਇਹਨਾਂ ਚਾਰਾਂ ਦੇ ਲਈ ਵਿੱਚ ਵੀ ਯੂਜ਼ ਹੁੰਦੀ ਹੈ। ਕਿੱਦਾਂ ਹੁੰਦੀ ਹੈ ਦੇਖਦੇ ਹਾਂ ਪ੍ਰੋਗਰਾਮ ਦੇ ਵਿੱਚ, ਠੀਕ ਹੈ। ਮੋਰਓਵਰ ਐਂਡ ਕਰਦੀ ਹੈ ਐਗਜ਼ੀਕਿਊਸ਼ਨ ਆਫ ਲੂਪ ਦੀ ਜਾਂ ਸਵਿਚ ਸਟਰਕਚਰ ਦੀ, ਠੀਕ। ਇਹਦਾ ਸਿੰਟੈਕਸ ਹੈ ਬ੍ਰੇਕ। ਸਿੰਪਲੀ ਅਸੀਂ ਬ੍ਰੇਕ ਲਿਖਣਾ ਹੈ ਐਂਡ ਉਸ ਤੋਂ ਬਾਅਦ ਸੈਮੀਕੋਲਨ ਲਗਾ ਦੇਣਾ। ਕਿਸੇ ਵੀ ਲਾਈਨ ਤੋਂ ਬਾਅਦ ਬ੍ਰੇਕ ਲਿਖੋ, ਸੈਮੀਕੋਲਨ, ਜਿੱਦਾਂ ਅਸੀਂ ਸਵਿਚ ਦੇ ਵਿੱਚ ਲਿਖਦੇ ਸੀ ਕੇਸ, ਉਸ ਤੋਂ ਬਾਅਦ ਕੇਸ ਦੀ ਜੋ ਵੀ ਅਸੀਂ ਪ੍ਰਿੰਟ ਐਫ, ਸਕੈਨ ਐਫ ਕਰਨਾ ਹੁੰਦਾ ਕਰ ਦਿੰਦੇ ਸੀ। ਉਸ ਤੋਂ ਬਾਅਦ ਅਸੀਂ ਕੀ ਕਰਦੇ ਸੀ, ਬ੍ਰੇਕ, ਸੈਮੀਕੋਲਨ। ਉਹੀ ਚੀਜ਼ ਇੱਥੇ ਕਰਨੀ ਹੈ, ਬ੍ਰੇਕ ਉਸ ਤੋਂ ਬਾਅਦ ਸੈਮੀਕੋਲਨ ਲਗਾ ਦੇਣਾ। ਬਟ ਕਿੱਦਾਂ ਲਗਾਉਣਾ ਦੇਖਦੇ ਹਾਂ ਪ੍ਰੋਗਰਾਮ ਦੇ ਵਿੱਚ, ਓਕੇ। ਮੈਂ ਇੱਕ ਪ੍ਰੋਗਰਾਮ ਬਣਾਇਆ, ਮੈਂ ਪ੍ਰਿੰਟ ਕਰ ਰਹੀ ਹਾਂ ਨੰਬਰਸ 1 to 10, ठीक है। 1 to लेके 10 तक नंबर्स प्रिंट कर रही हैं, इको कर रही हैं। बट
अगर आई की वैल्यू इक्वल टू 5 पहुंच जाती है, सिमिलर केस जो मैं तुहानू कहा कि 50 इंप्लॉइज है, 1 टू लैके 50 तक स्टूडेंट्स है, उन्होंने विचों मैं चेक करना है कि 5 नंबर स्टूडेंट है या नहीं है मेरे को डिटेल्स, ठीक है। इफ आई इज इक्वल टू 5 देन की करे ब्रेक कर दे। ब्रेक करने नाल की होएगा, एक्चुअल च लूप मेरी 1 टू लैके 10 तक चलनी सी, बट मेरी आउटपुट दे विच सिर्फ 5 तक चल रही है। ये क्यों चल रही है वो दसदे हैं। अच्छा, लूप चलनी कितना? फर्स्ट ऑफ ऑल 4 ने इंक्रीमेंट कर दिता आई दी, इनिशियलाइज कर दिता आई दी वैल्यू नू 1 दे नाल, इको ने प्रिंट कर दिता 1 नू, ठीक है, एंड नेक्स्ट लाइन च मूव किया। उस तो बाद चेक किया इफ 1 इज इक्वल टू 5, ये गल फॉल्स है, ठीक है। दैट्स वाई उन्हें इफ दे अंदर एंटर नहीं करना, दोबारा आई दी वैल्यू कर दिता उन्हें इंक्रीमेंट आई इज इक्वल टू 2, अगेन प्रिंट किया उन्हें 2, फिर चेक किया इफ 2 इक्वल टू 5 है या नहीं है, ये भी नहीं है, सो फॉल्स, ठीक है। इदा करते करते उन्हें पहुंचा वो आई दी वैल्यू 5 पे, ठीक है। इफ 5 इक्वल टू 5, ये गल ट्रू है, ट्रू हो गया, मतलब इफ दे अंदर एंटर किया, एंटर इन इफ इफ स्टेटमेंट ब्लॉक एंटर किया, उत्थे उन्हें देखा कि ब्रेक करना है। ब्रेक ही करता है, लूप चो ही उन्होंने बाहर कर दिता, मतलब ब्रेक का मतलब इस जगह पे की हो रहा है, उन्हें ब्रेक स्टेटमेंट एग्जिट फ्रॉम लूप, अगर लूप चो बाहर निकल गया इट मीनस आई दी वैल्यू उन्हें गार्बेज कलेक्टर ने वैनिश कर दिता, ठीक है। हुण उस तो बाद कोई भी आई दी वैल्यू दे लई आई 6 7 8 9 या 10 ਇਹਦੇ ਲਈ ਸਾਡੀ लूप नहीं चलेगी। लूप चो बाहर आ गया मीनस वो कितने पहुंच गया, इस ब्रैकेट तो बाद वाली लाइन पे, इस ब्रैकेट तो बाद की ऐसी कुछ भी नहीं लगाया कोड, सो कुछ भी प्रिंट नहीं हुआ, ठीक है। ठीक है, हाँ जी मैम। नहीं ठीक? यस मैम। मैडम मैं थल्ले वाला समझाइयो एक करी। जो मैं हुने आप लिखा सारा, हाँ जी मैडम आई वाली। ओके। 4 तक चलेगी लूप, यस उन्होंने 4 तक ही चलेगी उस केस दे विच, अगर ਅਸੀਂ 10 ਦੀ ਜਗ੍ਹਾ ਤੇ 4 ਲਿਖ ਦਵਾਂਗੇ ਤਾਂ, ਕਿਉਂਕਿ ਉਸ ਤੋਂ ਬਾਅਦ ਉਹਨੂੰ 5 ਮਿਲਣਾ ਹੀ ਨਹੀਂ, ਸੋ ਜਿੰਨੀ ਵਾਰੀ ਅਸੀਂ ਐਕਸਪੈਕਟ ਕੀਤਾ ਸੀ ਲੂਪ ਦਾ ਚੱਲਣਾ ਉਨੀ ਵਾਰ ਚੱਲ ਪਏਗੀ ਉਹ, ਠੀਕ ਹੈ। फर्स्ट ऑफ ऑल $4 i is equal to 1, $i की वैल्यू होगी 1, i less than equal to 10, i की वैल्यू 10 तो छोटी है, ट्रू है, सो लूप के अंदर एंटर किया, उन्हें की किया इको प्रिंट कर दिता 1, ठीक है, आउटपुट स्क्रीन पे आ गया 1। उस तो बाद नैक्सट लाइन मतलब बी आर के नाल नैक्सट लाइन चला गया कंट्रोल प्रिंटिंग का, उन्हें की किया चेक किया इफ आई की वैल्यू इक्वल टू 5 है, ये गल फॉल्स सी, आई इज नॉट इक्वल टू 5, सो वो इफ के अंदर एंटर नहीं किया, इफ दी ए वाली ब्रैकेट के अंदर जिथे ब्रेक लिखा से वो अंदर एंटर नहीं किया, दोबारा हो गया आई प्लस प्लस के कोल, आई की वैल्यू होगी इंक्रीमेंट बाय 2, चेक किया 2 इज लेस देन इक्वल टू 10, ट्रू है, दैट्स वाई उन्हें प्रिंट कर दिता 2 नू, देन चेक किया 2 इज इक्वल टू 5 है, 2 इज इक्वल टू 5 है नहीं है, हजे भी फॉल्स है, सो फिर दोबारा वो इंक्रीमेंट खुल गया, उन्हें 3 कर दी वैल्यू, 3 प्रिंट किया, 3 इज नॉट इक्वल टू 5, सो अगेन ब्रेक के कोल नहीं पहुंचा, फिर उन्हें इंक्रीमेंट कर दिता, आई की वैल्यू होगी 4 एंड 4 इज लेस देन इक्वल टू 10, ट्रू है, सो उन्हें फिर 4 नू भी प्रिंट कर दिता, फिर उन्हें चेक किया 4 इज नॉट इक्वल टू 5, सो ब्रेक फिर नहीं होया, फिर दोबारा उन्हें इंक्रीमेंट किया, आ गई वैल्यू 5, जो 5 आई उन्हें चेक किया, पहला प्रिंट कर दिता 5, इको पहले लगाई मैं, ठीक है, दैट्स वाई 5 प्रिंट कर दिता, उस तो बाद उन्हें चेक किया इफ 5 इज इक्वल टू 5, 5 इक्वल है 5 दे क्योंकि आई दे विच 5 आ गया है, ट्रू है ये चीज़।
अगर ट्रू है तो एंटर किया इफ दे अंदर की है ब्रेक लिखा होया ब्रेक मीनस जो भी लूप ਇਹਦੇ ਆਲੇ ਦੁਆਲੇ ਹੈ ਬ੍ਰੇਕ ਨੂੰ ਜਿਹੜੀ ਵੀ ਲੂਪ ਮਿਲਦੀ ਹੈ ਆਪਣੇ ਆਸ-ਪਾਸ ਉਸ ਲੂਪ ਚੋਂ ਬਾਹਰ ਨਿਕਲ ਜਾਏ ਮਤਲਬ ਬ੍ਰੇਕ ਨੇ ਆ ਦੋਨੋਂ ਬ੍ਰੈਕਟਸ ਜਿਹੜੀਆਂ ਸੀ ਇਸ ਤੋਂ ਬਾਅਦ ਲਗਾਈਆਂ ਜਿਹੜੀਆਂ ਫੋਰ ਐਂਡ ਇਫ ਨੂੰ ਐਂਡ ਕਰ ਰਹੀਆਂ ਸੀ ਉਹਦੇ ਤੋਂ ਬਾਹਰ ਲੈ ਜਾਂਦਾ ਕੰਟਰੋਲ ਠੀਕ ਹੈ ਸੋ ਜਿਹੜੀਆਂ ਸਾਡੀਆਂ ਵੈਲਿਊਜ਼ ਸੀਗੀਆਂ ਬ੍ਰੇਕ ਦਾ ਮਤਲਬ ਵੀ ਇਹੀ ਹੈ ਐਗਜ਼ਿਟ ਫਰਮ ਲੂਪ ਠੀਕ ਹੈ ਸੋ ਜਿਹੜੀਆਂ ਵੈਲਿਊਜ਼ 6 7 8 9 ਐਂਡ 10 ਇਹਨਾਂ ਪੰਜ ਵੈਲਿਊਜ਼ ਦੇ ਲਈ ਵੀ ਫੋਰ ਲੂਪ ਨੇ ਪ੍ਰਿੰਟ ਕਰਨਾ ਸੀ ਉਹ ਨਹੀਂ ਕੀਤਾ ਉਹਨੇ मैम हाँ जी मैम अगर ब्रेक को हटा दिया जाए उसकी जगह में डिफॉल्ट लगा दिया जाए फिर और क्या है मैम डिफॉल्ट का मतलब है कंटिन्यू नहीं डिफॉल्ट इज नॉट कंटिन्यू नहीं, ये डिफॉल्ट नहीं का होता। मतलब ये है कि अगर डिफॉल्ट ਅਸੀਂ ਉਦੋਂ ਲਗਾਉਂਦੇ ਜਦੋਂ ਅਸੀਂ ਕੰਡੀਸ਼ਨ ਚੈੱਕ ਕਰਦੇ ਹਾਂ ਲਾਈਕ ਕੇਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਮੇਬੀ ਆਈ ਥਿੰਕ ਸੋ ਸਵਿਚ ਵਾਲੀ ਸਟੇਟਮੈਂਟ ਯੂਜ਼ ਕਰ ਰਹੇ ਹੋ ਨਾ ਸਵਿਚ ਦੇ ਵਿੱਚ ਅਸੀਂ ਲਾਸਟ ਤੇ ਡਿਫਾਲਟ ਕੇਸ ਲਗਾਉਂਦੇ ਹੁੰਦੇ ਆ ਰਾਈਟ ਉਹ ਡਿਫਾਲਟ ਜਿਹੜਾ ਹੈ ਉਹ ਸਵਿਚ ਦੇ ਕੇਸਿਸ Yes, ਦੇ sir. ਲਈ ਹੈ ਉਹ ਬ੍ਰੇਕ ਸਟੇਟਮੈਂਟ ਦੇ ਲਈ ਡਿਫਾਲਟ ਨਹੀਂ ਹੈ डिफॉल्ट जस्ट ये कह रहा है कि अगर कोई भी केस दी वैल्यू नहीं मैच कर रही ऊपर वाले केसेस दे विच देन लास्ट ते ये चीज प्रिंट कर ले फॉर एग्जांपल इफ एल्स इफ करदे हैं एंड विच एक एल्स लगा दिन्ने आ भी कोई भी इफ नहीं ट्रू है तो एंड च एल्स वाला चल जाए ठीक है मान लो मैं ਤੁਹਾਨੂੰ ਕਹਿੰਨੀ ਆ Ma'am, ਕਿ इस ਤੁਸੀਂ program फाइंड आउट में- करो डिक्शनरी ਦੇ ਵਿੱਚ ਕੋਈ ਵਰਡ फाइंड आउट करो abc ਕੁਝ ਇਸ ਤਰ੍ਹਾਂ ਦਾ ਲਿਖਿਆ ਹੋਇਆ ਠੀਕ ਹੈ abc ਐਗਜ਼ੈਕਟ ਐਜ਼ ਇਟ ਇਜ਼ ਹੀ ਲਿਖਿਆ ਹੋਣਾ ਚਾਹੀਦਾ ਡਿਕਸ਼ਨਰੀ ਵਿੱਚ abc ਨਾਮ ਦਾ ਕੋਈ ਵਰਡ ਦਾ ਕੋਈ मीनिंग ਨਹੀਂ ਹੋਏਗਾ ਸੋ ਤੁਸੀਂ ਪਹਿਲਾਂ फाइंड आउट करोगे a ਤੋਂ ਸਟਾਰਟ ਕਰੋਗੇ ਚਲਦੇ ਰਹੋਗੇ ਠੀਕ ਹੈ ਅੱਗੇ ਤੱਕ ਕਿਤਨਾ ਕਿਤੇ ਜਾ ਕੇ ਦੇਖੋਗੇ ਇਹ ਤਾਂ a c ਵਾਲੇ ਵਰਡ ਸ਼ੁਰੂ ਹੋ ਗਏ a b c ਤੇ ਕਿਤੇ ਵੀ ਨਹੀਂ ਹੈਗਾ ਸੋ ਉਹਨੇ ਕੀ ਕਰਨਾ ਤੁਸੀਂ ਕੀ ਕਹੋਗੇ ਮੈਡਮ ਨਹੀਂ ਹੈਗਾ ਡਿਕਸ਼ਨਰੀ ਚ ਅਗਲਾ ਸਾਰਾ ਰਿਕਾਰਡ ਵੀ ਚੈੱਕ ਕਰੋਗੇ ਵੀ ਹੈ ਕਿ ਨਹੀਂ ਹੈ